हाँ जी दोस्तों, चाणक्य एजुकेशन ਅਕੈਡਮੀ ਬਰਨਾਲਾ ਦੀ ਆਨਲਾਈਨ ਸਟੱਡੀ ਦੇ ਵਿੱਚ ਤੁਹਾਡਾ ਸਵਾਗਤ ਹੈ। ਅੱਜ ਅਸੀਂ ਆਧੁਨਿਕ ਭਾਰਤ ਦੇ ਇੱਕ ਕੁਐਸਚਨ ਸਟਾਰਟ ਕਰਨ ਜਾ ਰਹੇ ਹਾਂ। ਆਸ ਆ ਤੁਹਾਨੂੰ ਇਹ ਪਸੰਦ ਆਉਣਗੇ, ਸੈਸ਼ਨ ਨੂੰ ਵੱਧ ਤੋਂ ਵੱਧ ਸ਼ੇਅਰ ਕਰੋਗੇ। ਸਟਾਰਟ ਕਰਦੇ ਹਾਂ ਜੀ ਪਹਿਲੇ ਕੁਐਸਚਨ ਤੋਂ। ਪਹਿਲੇ ਐਂਗਲੋ ਮਸੂਰ ਯੁੱਧ ਵਿੱਚ ਕਿਸ ਦੀ ਜਿੱਤ ਹੋਈ ਸੀ? ਅੰਗਰੇਜ਼ਾਂ ਦੀ, ਹੈਦਰ ਅਲੀ ਦੀ, ਮਰਾਠੇ ਦੀ ਜਾਂ ਫਿਰ ਹੈਦਰਾਬਾਦ ਦੇ ਨਿਜ਼ਾਮ ਦੀ? ਸਹੀ ਆਨਸਰ ਕੀ ਆਇਆ ਜੀ ਇਹਦਾ? हैदर अली दी। अगला क्वेश्चन करते हैं, प्लासी की लड़ाई 1757 में अंग्रेजी फौज की अगवाई कौन कर रहा सीगा? अंग्रेजी फौज की अगवाई रॉबर्ट क्लाइव कर रहा सी, हैक्टर मुनरो कर रहा सी, वारन हेस्टिंग्स ਜਾਂ ਇਹਨਾਂ ਵਿੱਚੋਂ कोई भी नहीं। ਇਹਦਾ सही आंसर की है जी? रॉबर्ट क्लाइव कर रहा सीगा। अगला क्वेश्चन करते हैं, बक्सर की लड़ाई 1764 में अंग्रेजी फौज की अगवाई कौन कर रहा सी? बक्सर की लड़ाई के अंग्रेजी फौज की अगवाई कर रहा सी रॉबर्ट क्लाइव ਜਾਂ फिर वारन हेस्टिंग्स, हैक्टर मुनरो ਜਾਂ फिर चार्लस? ਇਹਦਾ सही आंसर ਕੀ होगा जी? हैक्टर मुनरो। अगला क्वेश्चन करते हैं, बंगाल की दोहरी शासन व्यवस्था सी जिहड़ी कदों तो कदों तक चली आ? बंगाल की दोहरी शासन व्यवस्था कदों तो कदों तक चली आ? 57 ਤੋਂ 67 तक चली आ, 64 ਤੋਂ 93 तक ਜਾਂ ਫਿਰ 65 ਤੋਂ 72 तक ਜਾਂ ਫਿਰ 60 ਤੋਂ 93 तक? ਇਹਦਾ ਸਹੀ ਆਨਸਰ ਕੀ ਬਣਦਾ ਜੀ? 65 ਤੋਂ 72 तक। ਕਲੀਅਰ ਹੈ ਜੀ। ਅਗਲਾ ਕੁਐਸਚਨ ਕਰਦੇ ਹਾਂ, ਸਾਲ 1798 ਵਿੱਚ ਵੈਲਜ਼ਲੀ ਦੁਆਰਾ ਸਹਾਇਕ ਸੰਧੀ ਸਵੀਕਾਰ ਕਰਨ ਵਾਲਾ ਪਹਿਲਾ ਭਾਰਤੀ ਸ਼ਾਸਕ ਕੌਣ ਸੀਗਾ? ਪਹਿਲਾ ਭਾਰਤੀ ਸ਼ਾਸਕ ਕੌਣ ਸੀਗਾ? हैदराबाद का निज़ाम सी, अवध का नवाब सी, करनाटका का नवाब सी ਜਾਂ फिर मैसूर का नवाब सी? ਇਹਦਾ सही आंसर की बनता जी? हैदराबाद का निज़ाम सीगा। अगला क्वेश्चन करते हैं, भारत का पहला गवर्नर जनरल ते वाइसराय कौन सीगा? भारत का पहला गवर्नर जनरल ते वाइसराय कौन सीगा? लॉर्ड हेस्टिंग्स, लॉर्ड कैनिंग, लॉर्ड मिंटो, लॉर्ड कर्जन? ਇਹਦਾ सही आंसर की है जी? लॉर्ड कैनिंग। अगला क्वेश्चन, टिपू सुल्तान ने तीजी एंगलो मसूर युद्ध ਨੂੰ रोकण ਲਈ ਬ੍ਰਿਟਿਸ਼ਾਂ ਨਾਲ ਕਿਹੜੀ ਸੰਧੀ ਕੀਤੀ ਸੀ? ਮੰਗਲੌਰ ਦੀ ਸੰਧੀ, ਸ੍ਰੀਰੰਗਪਟਨਮ ਦੀ ਸੰਧੀ ਜਾਂ ਫਿਰ ਮੈਸੂਰ ਦੀ ਸੰਧੀ ਜਾਂ ਫਿਰ ਬਦਾਨੂਰ ਦੀ ਸੰਧੀ? ਇਹਦਾ ਸਹੀ ਆਨਸਰ ਕੀ ਹੈਗਾ ਜੀ? ਸ੍ਰੀਰੰਗਪਟਨਮ ਦੀ ਸੰਧੀ। ਕਲੀਅਰ ਹੈ ਜੀ। ਅਗਲਾ ਕੁਐਸਚਨ ਕਰਦੇ ਹਾਂ, ਲੈਪਸ ਸਿਧਾਂਤ, ਜਿਹੜਾ ਲੈਪਸ ਦਾ ਸਿਧਾਂਤ ਆ ਕਿਸ ਦੁਆਰਾ ਲਾਗੂ ਕੀਤਾ ਗਿਆ ਸੀ? ਲੈਪਸ ਦਾ ਸਿਧਾਂਤ ਕਿਹਦੇ ਦੁਆਰਾ ਲਾਗੂ ਕੀਤਾ ਗਿਆ? हेस्टिंग ਦੁਆਰਾ, कैनिंग ਦੁਆਰਾ, विलियम बेंटिंग ਦੁਆਰਾ ਜਾਂ ਫਿਰ डलहौजी ਦੁਆਰਾ? ਜਿਹੜਾ ਲੈਪਸ ਦਾ ਸਿਧਾਂਤ ਕਿਹਦੇ ਦੁਆਰਾ ਲਾਗੂ ਕੀਤਾ ਗਿਆ ਸੀ? लॉर्ड डलहौजी द्वारा। अगला क्वेश्चन है जिहड़ा, किस सिख गुरु ने फारसी भाषा दे विच जफरनामा लिखिया सीगा? गुरु हर राय ने लिखिया, गुरु हरकृष्ण ने लिखिया, गुरु गोबिंद सिंह ने लिखिया ਜਾਂ फिर गुरु तेग बहादुर ने लिखिया? जफरनामा किसने लिखिया जी? गुरु गोबिंद सिंह जी ने। अगला क्वेश्चन, ब्रिटिश गवर्नर जनरल जिसने भारत में डाक प्रणाली की शुरुआत की सी? डाक प्रणाली की शुरुआत करने वाला कौन सीगा? लॉर्ड डलहौजी, लॉर्ड वेल्जली, लॉर्ड ऑकलैंड ਜਾਂ फिर विलियम बेंटिंग? ਇਹਦਾ सही आंसर की है? लॉर्ड डलहौजी। अगला क्वेश्चन आ, ਕਿਹੜੇ ਸਿੱਖ ਗੁਰੂ ਨੇ ਗੁਰੂ ਨਾਨਕ ਦੇਵ ਜੀ ਦੀ ਜੀਵਨੀ ਲਿਖੀ ਹੈ? ਗੁਰੂ ਅੰਗਦ ਦੇਵ ਨੇ ਲਿਖੀ ਹੈ, ਗੁਰੂ ਅਮਰਦਾਸ ਜੀ ਨੇ ਲਿਖੀ ਹੈ, ਗੁਰੂ ਰਾਮਦਾਸ ਜੀ ਨੇ ਲਿਖੀ ਹੈ ਜਾਂ ਫਿਰ ਗੁਰੂ ਅਰਜਨ ਦੇਵ ਜੀ ਨੇ ਲਿਖਿਆ? ਇਹਦਾ ਸਹੀ ਆਨਸਰ ਹੈ ਜੀ ਡੀ, ਗੁਰੂ ਅਰਜਨ ਦੇਵ ਜੀ। ਅਗਲਾ ਕੁਐਸਚਨ ਕਰਦੇ ਹਾਂ, ਜਿਹੜੀ ਸਿੱਖ ਮਿਲਟਰੀ ਦੀ ਸਥਾਪਨਾ ਗਈ, ਇਹ ਕਿਹੜੀ ਮਿਲਟਰੀ ਆ? ਖਾਲਸਾ ਪੰਥ। ਕਿਹੜੀ ਹੈ ਜੀ? ਖਾਲਸਾ ਪੰਥ। ਖਾਲਸਾ ਪੰਥ ਦਾ ਜਿਹੜਾ ਪ੍ਰਚਾਰ ਕਿਸ ਨੇ ਕੀਤਾ ਸੀਗਾ? प्रसार आ जोड़ा कि किया? हर राम ने, हरकृष्ण ने
ਗੋਬਿੰਦ ਸਿੰਘ ਨੇ ਜਾਂ ਫਿਰ ਗੁਰੂ ਤੇਗ ਬਹਾਦਰ ਨੇ। ਇਹ ਕਿਹਨੇ ਕੀਤਾ ਸੀਗਾ? ਗੁਰੂ ਗੋਬਿੰਦ ਸਿੰਘ ਨੇ ਜੀ। ਅਗਲਾ ਕੁਐਸਚਨ ਆ 1857 ਈਸਵੀ ਦੇ ਵਿੱਚ ਸਿਰਾਜੁਦੌਲਾ ਨੂੰ ਕਿਸ ਦੁਆਰਾ ਹਰਾਇਆ ਗਿਆ ਸੀਗਾ? ਕੈਨਿੰਗ ਦੁਆਰਾ ਹਰਾਇਆ ਸੀ। ਸਿਰਾਜੁਦੌਲਾ ਨੂੰ ਹਰਾਤਾ ਸੀ ਕਿਹਨੇ ਹਰਾਇਆ ਸੀ? ਕੈਨਿੰਗ ਨੇ, ਹੇਸਟਿੰਗ ਨੇ, ਕਲਾਈਵ ਨੇ ਜਾਂ ਫਿਰ ਕਾਰਨਵਾਲਿਸ ਨੇ। ਇਹਦਾ ਸਹੀ ਆਂਸਰ ਕੀ ਬਣੂਗਾ ਜੀ? ਕਾਰਨਵਾਲਿਸ ਨੇ। ਸੌਰੀ, ਸਹੀ ਆਂਸਰ ਕੀ ਹੈ ਇਹਦਾ? ਕਲਾਈਵ। ਅਗਲਾ ਕੁਐਸਚਨ ਕਰਦੇ ਹਾਂ ਲਾਰਡ ਵੈਲਜ਼ਲੀ ਨਾਲ ਸਹਿਯੋਗੀ ਸੰਧੀ ਜਿਹੜੀ ਇਹ ਹਿਲਡਗੈਮ ਚੋਂ ਕਿਸ ਨੇ ਦਸਤਖਤ ਕੀਤੇ? ਸਹਿਯੋਗੀ ਸੰਧੀ ਕਿਹੜੀ ਆ? ਸਹਿਯੋਗੀ ਸੰਧੀ ਕਿਹਨੇ ਦਸਤਖਤ ਕੀਤੇ ਸੀਗੇ ਜੀ? हैदराबाद ਦੇ ਨਿਜ਼ਾਮ ਨੇ, ਅਵਧ ਦੇ ਨਵਾਬ ਨੇ, ਮੈਸੂਰ ਦੇ ਰਾਜੇ ਨੇ ਤੇ ਬੰਗਾਲ ਦੇ ਨਵਾਬ ਨੇ। ਇਹਦਾ ਸਹੀ ਆਂਸਰ ਕਿਹੜਾ ਬਣਦਾ ਗਾ? ਸਾਡੇ ਕੋਲ ਇਹਦਾ ਸਹੀ ਆਂਸਰ ਬਣਦਾ ਗਾ ਜੀ ਪਹਿਲਾ, ਦੂਜਾ ਤੇ ਤੀਜਾ। ਠੀਕ ਹੈ ਜੀ। हैदराबाद ਦੇ ਨਿਜ਼ਾਮ ਨੇ ਵੀ ਸਹਾਇਕ ਸੰਧੀ ਤੇ ਦਸਤਖਤ ਕੀਤੇ ਸੀ, ਅਵਧ ਦੇ ਨਵਾਬ ਨੇ ਵੀ, ਮੈਸੂਰ ਦੇ ਰਾਜੇ ਨੇ ਵੀ। ਠੀਕ ਹੈ ਜੀ। ਅਗਲਾ ਕੁਐਸਚਨ ਕਰਦੇ ਹਾਂ ਕਿਸ ਸਿੱਖ ਗੁਰੂ ਦੇ ਸਹੀ ਇਤਿਹਾਸਕ੍ਰਮ ਲਿਖਿਆ ਗਾ? ਸਿੱਖ ਗੁਰੂਆਂ ਦੇ ਸਹੀ ਇਤਿਹਾਸਕ੍ਰਮ ਕਿਹੜਾ ਗਾ? ਸਿੱਖ ਗੁਰੂਆਂ ਦਾ ਸਹੀ ਇਤਿਹਾਸਕ੍ਰਮ ਕਿਹੜਾ ਗਾ? ਇਹਦਾ ਸਹੀ ਆਂਸਰ ਤੁਹਾਨੂੰ ਪਤਾ ਹੀ ਆ, ਪੰਜਾਬ 'ਚ ਹੀ ਰਹਿਣੇ ਆਪਾਂ। ਪਹਿਲਾਂ ਗੁਰੂ ਅਮਰਦਾਸ ਜੀ, ਫਿਰ ਗੁਰੂ ਰਾਮਦਾਸ ਜੀ, ਗੁਰੂ ਅਰਜਨ ਦੇਵ ਜੀ ਤੇ ਗੁਰੂ ਤੇਗ ਬਹਾਦਰ ਜੀ। ਕਲੀਅਰ ਹੈ ਜੀ। ਅਗਲਾ ਕੁਐਸਚਨ ਕਰਦੇ ਹਾਂ 16ਵਾਂ, ਸੰਘੋਲੀ ਦੀ ਸੰਧੀ 1816 ਈਸਵੀ ਦੇ ਵਿਚਕਾਰ ਕਿਹਦੇ ਵਿਚਕਾਰ ਹੋਈ ਹੈ? ਕਿਹਦੇ ਵਿਚਕਾਰ ਸੰਪੰਨ ਹੋਈ ਹੈ? ਸੰਘੋਲੀ ਦੀ ਸੰਧੀ ਹੈ ਜਿਹੜੀ, ਸੰਘੋਲੀ ਦੀ ਸੰਧੀ ਹੋਈ ਆ ਈਸਟ ਇੰਡੀਆ ਕੰਪਨੀ ਤੇ ਨੇਪਾਲ ਦੇ ਵਿੱਚ, ਈਸਟ ਇੰਡੀਆ ਕੰਪਨੀ ਤੇ ਮਿਥਾਲੀਆਂ ਦੇ ਵਿੱਚ, ਈਸਟ ਇੰਡੀਆ ਕੰਪਨੀ ਤੇ ਅਵਧ ਦੇ ਵਿਚਕਾਰ ਹੋਈ ਹੈ ਜਾਂ ਫਿਰ ਅਵਧ ਦੇ ਨਵਾਬ ਜਾਂ ਨੇਪਾਲ ਦੇ ਵਿੱਚ ਹੋਈ ਆ। ਠੀਕ ਹੈ ਜੀ। ਇਹ ਕਿਹਦੇ ਵਿੱਚ ਹੋਈ ਆ? ਫਸਟ ਆਪਸ਼ਨ ਹੈ ਜੀ, ਈਸਟ ਇੰਡੀਆ ਕੰਪਨੀ ਤੇ ਨੇਪਾਲ ਦੇ ਵਿੱਚ ਹੋਈ ਆ। ਕਿਹੜੀ ਸੰਧੀ? ਸੰਘੋਲੀ ਦੀ ਸੰਧੀ। ਕਲੀਅਰ ਹੈ ਜੀ। ਅਗਲਾ ਕੁਐਸਚਨ ਕਰਦੇ ਹਾਂ ਆਪਾਂ ਟੀਪੂ ਸੁਲਤਾਨ ਦੀ 1799 ਈਸਵੀ ਵਿੱਚ ਕਿੱਥੇ ਮੌਤ ਹੋਈ ਸੀ? ਟੀਪੂ ਸੁਲਤਾਨ ਦੀ ਮੈਸੂਰ ਦੇ ਵਿੱਚ ਹੋਈ ਆ, ਕੁਰਗ ਵਿੱਚ ਹੋਈ ਆ, ਸ੍ਰੀਰੰਗਪਟਨਮ ਦੇ ਵਿੱਚ ਹੋਈ ਆ ਜਾਂ ਵਾਂਡੀਆਰ ਦੇ ਵਿੱਚ ਹੋਈ ਆ? ਇਹਦਾ ਸਹੀ ਆਂਸਰ ਕੀ ਬਣਦਾ ਜੀ? ਸ੍ਰੀਰੰਗਪਟਨਮ। ਕਲੀਅਰ ਹੈ ਜੀ। ਅਗਲਾ ਜਿਹੜਾ ਕੁਐਸਚਨ ਆ ਕਿਹੜੇ ਭਾਰਤੀ ਰਾਜ ਲੈਪਸ ਦੇ ਸਿਧਾਂਤ ਰਾਹੀਂ ਕਬਜ਼ੇ ਵਿੱਚ ਕੀਤੇ ਗਏ ਸੀਗੇ? ਲੈਪਸ ਸਿਧਾਂਤ ਰਾਹੀਂ ਕਿਤੇ ਕਬਜ਼ਾ ਕੀਤਾ ਗਿਆ ਸੀਗਾ? ਪਹਿਲਾ ਗਾ ਝਾਂਸੀ, ਨਾਗਪੁਰ, ਟਰਾਵਣਕੋਟ। ਦੂਸਰਾ ਝਾਂਸੀ, ਨਾਗਪੁਰ, ਸਤਾਰਾ। ਤੀਸਰਾ ਝਾਂਸੀ, ਸਤਾਰਾ, ਮੈਸੂਰ। ਚੌਥਾ ਮੈਸੂਰ, ਸਤਾਰਾ ਤੇ ਭਵਨਗਰ। ਇਹਦਾ ਸਹੀ ਆਂਸਰ ਕੀ ਬਣਦਾ ਜੀ? ਝਾਂਸੀ, ਸਤਾਰਾ ਤੇ ਨਾਗਪੁਰ। ਕਲੀਅਰ ਹੈ ਜੀ। ਅਗਲਾ ਕੁਐਸਚਨ ਕਰਦੇ ਹਾਂ ਠੱਗੀ ਪ੍ਰਥਾ ਜਿਹੜੀ ਦਾ ਅੰਤ ਕਿਸਨੇ ਕੀਤਾ ਸੀ? ਠੱਗੀ ਪ੍ਰਥਾ ਦਾ ਅੰਤ ਕਿਸਨੇ ਕੀਤਾ ਸੀਗਾ? ਕਾਰਨਵਾਲਿਸ ਨੇ ਕੀਤਾ, ਵਿਲੀਅਮ ਬੈਂਟਿੰਗ ਨੇ ਕੀਤਾ, ਡਲਹੌਜੀ ਨੇ ਕੀਤਾ ਜਾਂ ਫਿਰ ਰਿਪਨ ਨੇ ਕੀਤਾ? ਇਹਦਾ ਸਹੀ ਆਂਸਰ ਕੀ ਬਣਦਾ ਗਾ ਜੀ? ਵਿਲੀਅਮ ਬੈਂਟਿੰਗ। ਅਗਲੇ ਆ ਗਿਆ ਵੋਡਿਆਰ ਸ਼ਾਸਕ ਸੀ। ਜਿਹੜੇ ਵੋਡਿਆਰ ਸੀਗੇ ਉਹ ਕਿੱਥੋਂ ਦੇ ਸ਼ਾਸਕ ਸੀਗੇ? ਮੈਸੂਰ ਰਿਆਸਤ ਦੇ ਸੀਗੇ, ਟਰਾਵਣਕੋਟ ਦੇ ਸੀਗੇ, ਵਿਜੇਨਗਰ ਦੇ ਸੀ ਜਾਂ ਇਹਨਾਂ ਵਿੱਚ ਕੋਈ ਵੀ ਨਹੀਂ? ਇਹਦਾ ਸਹੀ ਆਂਸਰ ਕੀ ਬਣੂਗਾ ਜੀ? ਮੈਸੂਰ ਰਿਆਸਤ ਦੇ ਸੀਗੇ, ਰਾਜੇ ਸੀਗੇ। ਅਗਲਾ ਕੁਐਸਚਨ ਆ ਗਿਆ ਟੀਪੂ ਸੁਲਤਾਨ ਦੀ ਰਾਜਧਾਨੀ। ਜਿਹੜੀ ਟੀਪੂ ਸੁਲਤਾਨ ਦੀ ਰਾਜਧਾਨੀ ਸ੍ਰੀਰੰਗਪਟਨਮ ਸੀ, ਮੈਸੂਰ ਸੀ, ਬੈਂਗਲੁਰੂ ਸੀ ਜਾਂ ਭਾਵਨਗਰ ਸੀ? ਕਿਹੜੀ ਰਾਜਧਾਨੀ ਸੀਗੀ ਇਹਨਾਂ ਦੀ ਜੀ? ਸ੍ਰੀਰੰਗਪਟਨਮ। ਅਗਲਾ ਕੁਐਸਚਨ ਕਲਾਈਵ ਨੂੰ ਬੰਗਾਲ ਦਾ ਗਵਰਨਰ ਬਣਾਇਆ ਗਿਆ ਸੀ। ਕਲਾਈਵ ਨੂੰ ਬੰਗਾਲ ਦਾ ਗਵਰਨਰ ਕਦੋਂ ਬਣਾਇਆ ਗਿਆ ਸੀ? ਇਹ ਬਣਾਇਆ ਗਿਆ ਸੀ 1758 ਈਸਵੀ ਦੇ ਵਿੱਚ। ਅਗਲਾ ਕੁਐਸਚਨ ਕਰਦੇ ਹਾਂ ਭਾਰਤ ਦਾ ਪਹਿਲਾ ਗਵਰਨਰ ਜਨਰਲ ਸੀ। ਭਾਰਤ ਦਾ ਪਹਿਲਾ ਗਵਰਨਰ ਜਨਰਲ ਸੀਗਾ ਵਾਰਨ ਹੇਸਟਿੰਗਸ,
ਕਾਰਨਵਾਲਿਸ, ਵਿਲੀਅਮ ਬੈਂਟਿੰਗ ਜਾਂ ਫਿਰ ਕੈਨਿੰਗ। ਇਹਦਾ ਸਹੀ ਆਨਸਰ ਕੀ ਬਣਦਾ ਜੀ? ਵਿਲੀਅਮ ਬੈਂਟਿੰਗ। ਕਲੀਅਰ ਹੈ ਜੀ। ਅਗਲਾ ਕੁਐਸਚਨ ਕਰਦੇ ਹਾਂ, ਦੋਹਰਾ ਸ਼ਾਸਨ ਕਿਸ ਨੇ ਸਮਾਪਤ ਕੀਤਾ ਸੀ? ਦੋਹਰਾ ਸ਼ਾਸਨ ਹੈ ਜਿਹੜਾ ਕਿਹਨੇ ਸਮਾਪਤ ਕੀਤਾ ਸੀ? ਵਾਰਨ ਹੇਸਟਿੰਗਸ ਨੇ ਕੀਤਾ ਸੀਗਾ, ਕਾਰਨਵਾਲਿਸ ਨੇ ਕੀਤਾ ਸੀ, ਵਿਲੀਅਮ ਬੈਂਟਿੰਗ ਨੇ ਜਾਂ ਫਿਰ ਲਾਰਡ ਕੈਨਿੰਗ ਨੇ। ਕਿਹਨੇ ਕੀਤਾ ਸੀਗਾ? ਵਾਰਨ ਹੇਸਟਿੰਗਸ ਨੇ ਕੀਤਾ ਸੀਗਾ ਜੀ। ਅਗਲਾ ਕੁਐਸਚਨ ਕਰਦੇ ਹਾਂ, ਬ੍ਰਿਟਿਸ਼ ਦਾ ਸਭ ਤੋਂ ਵੱਧ ਵਿਰੋਧ ਕਿਸ ਨੇ ਕੀਤਾ ਸੀ? ਬ੍ਰਿਟਿਸ਼ਾਂ ਦਾ ਵਿਰੋਧ ਸਭ ਤੋਂ ਵੱਧ ਕਿਸ ਨੇ ਕੀਤਾ? ਰਾਜਪੂਤਾਂ ਨੇ, ਮੁਗਲਾਂ ਨੇ, ਸਿੱਖਾਂ ਨੇ, ਮਰਾਠਿਆਂ ਨੇ। ਕਿਹਨਾਂ ਨੇ ਕੀਤਾ ਜੀ? ਮਰਾਠਿਆਂ ਨੇ। ਠੀਕ ਹੈ ਜੀ। ਅਗਲਾ ਕੁਐਸਚਨ ਕਰਦੇ ਹਾਂ, ਪਲਾਸੀ ਦੀ ਲੜਾਈ 1757 ਵਿੱਚ ਇਤਿਹਾਸਕ ਮਹੱਤਤਾ ਕੀ ਹੈ ਇਹਦੀ? ਪਲਾਸੀ ਦੀ ਲੜਾਈ ਦੀ ਇਤਿਹਾਸਕ ਮਹੱਤਤਾ ਕੀ ਹੈਗੀ ਸਾਡੇ ਕੋਲੇ? ਇਸ ਦੇ ਭਾਰ ਵਿੱਚ ਫ੍ਰੈਂਚ ਤਾਕਤ ਦਾ ਅੰਤ ਕਰ ਦਿੱਤਾ। ਫ੍ਰੈਂਚ ਤਾਕਤ ਦਾ ਅੰਤ ਹੋ ਗਿਆ ਸੀ, ਇਹਦੇ ਵਿੱਚ ਨਹੀਂ ਹੋਇਆ। ਇਸ ਨੇ ਬੰਗਾਲ ਵਿੱਚ ਸਰਵੋਤਮ ਹੋਣ ਦਾ ਰਾਹ ਪੱਧਰਾ ਕੀਤਾ। ਬੰਗਾਲ ਦੇ ਵਿੱਚ ਬ੍ਰਿਟਿਸ਼ਾਂ ਦਾ ਸਰਵੋਤਮ ਹੋਣ ਦਾ ਰਾਹ ਪੱਧਰਾ ਕੀਤਾ ਅਤੇ ਪੂਰੇ ਭਾਰਤ ਵਿੱਚ ਤੇ ਬ੍ਰਿਟਿਸ਼ ਨਿਯੰਤਰਣ ਦਾ ਰਾਹ ਖੋਲ੍ਹ ਦਿੱਤਾ ਸੀਗਾ। ਠੀਕ ਹੈ ਜੀ। ਇਹਦਾ ਸਹੀ ਆਨਸਰ ਇਹੀ ਬਣਦਾ ਗਾ। ਕੀ ਬਣਦਾ ਸਹੀ ਆਨਸਰ? ਵੀ ਬੰਗਾਲ ਦੇ ਵਿੱਚ ਬ੍ਰਿਟਿਸ਼ਾਂ ਦੇ ਸਰਵੋਤਮ ਹੋਣ ਦਾ ਰਾਹ ਪੱਧਰਾ ਹੋ ਗਿਆ ਸੀ। ਸਭ ਤੋਂ ਸ੍ਰੇਸ਼ਟ ਨੇ ਬ੍ਰਿਟਿਸ਼, ਤੇ ਭਾਰਤ ਉੱਤੇ ਬ੍ਰਿਟਿਸ਼ਾਂ ਦਾ ਨਿਯੰਤਰਣ ਪੂਰੇ ਭਾਰਤ ਦੇ ਵਿੱਚ ਹੋ ਗਿਆ ਸੀ। ਕਲੀਅਰ ਹੈ ਜੀ। ਅਗਲਾ ਕਰਦੇ ਹਾਂ, ਬ੍ਰਿਟਿਸ਼ ਸਰਕਾਰ ਭਾਰਤੀਆਂ ਨੂੰ ਆਧੁਨਿਕ ਸਿੱਖਿਆ ਦੇਣਾ ਚਾਹੁੰਦੀ ਸੀ। ਇਸ ਵਿੱਚ ਉਹਨਾਂ ਦਾ ਕੀ ਮਕਸਦ ਸੀਗਾ? ਕੀ ਮਕਸਦ ਸੀਗਾ ਉਹਨਾਂ ਦਾ? ਕੀ ਮੋਟਿਵ ਸੀਗਾ ਜੀ? ਬ੍ਰਿਟਿਸ਼ ਸਰਕਾਰ ਇੰਡੀਅਨ ਲੋਕਾਂ ਨੂੰ ਆਧੁਨਿਕ ਸਿੱਖਿਆ ਦੇਣਾ ਚਾਹੁੰਦੀ ਸੀ। ਭਾਰਤ ਵਿੱਚ ਉਹਨਾਂ ਦੀ ਰਾਜਨੀਤਿਕ ਸ਼ਕਤੀ ਨੂੰ ਮਜ਼ਬੂਤ ਕਰਨ ਲਈ, ਭਾਰਤ ਵਿੱਚ ਉਹਨਾਂ ਦੀ ਰਾਜਨੀਤਿਕ ਸ਼ਕਤੀ ਦੀ ਬੁਨਿਆਦ ਨੂੰ ਮਜ਼ਬੂਤ ਕਰਨ ਲਈ ਕਰਨਾ ਚਾਹੁੰਦੀ ਸੀ। ਭਾਰਤ ਵਿੱਚ ਸਿੱਖਿਆ ਦੇ ਮਿਆਰ ਨੂੰ ਉੱਚਾ ਚੁੱਕਣ ਲਈ ਕਰਨਾ ਚਾਹੁੰਦੀ ਸੀ। ਭਾਰਤ ਵਿੱਚ ਜਨਤਕ ਸਾਖਰਤਾ ਦਾ ਵਿਕਾਸ ਕਰਨਾ ਚਾਹੁੰਦੀ ਸੀ। ਅਨਪੜ੍ਹ ਭਾਰਤੀਆਂ ਵਿਚਕਾਰ ਅਰਾਜਕਤਾ ਨੂੰ ਖਤਮ ਕਰਨਾ ਚਾਹੁੰਦੀ। ਇਹਦਾ ਸਹੀ ਆਨਸਰ ਕੀ ਬਣਦਾ ਜੀ? ਭਾਰਤ ਵਿੱਚ ਉਹਨਾਂ ਦੀ ਰਾਜਨੀਤਿਕ ਸ਼ਕਤੀ ਦੀ ਬੁਨਿਆਦ ਨੂੰ ਮਜ਼ਬੂਤ ਕਰਨਾ ਸੀਗਾ, ਜਿਹੜਾ ਬ੍ਰਿਟਿਸ਼ਾਂ ਦਾ ਆਧੁਨਿਕ ਸਿੱਖਿਆ ਦੇਣ ਦਾ ਕੰਮ। ਅਗਲਾ ਕੁਐਸਚਨ ਆ, ਡਲਹੌਜ਼ੀ ਨੇ ਕਿਹੜੇ ਰਾਜ ਨੂੰ ਪ੍ਰਸ਼ਾਸਨ ਦੇ ਆਧਾਰ ਤੇ ਬ੍ਰਿਟਿਸ਼ ਸਾਮਰਾਜ ਵਿੱਚ ਮਿਲਾਇਆ ਸੀ? ਅਵਧ ਨੂੰ, ਉੜੀਸਾ ਨੂੰ, ਬਰਮਾ ਨੂੰ, ਸੰਯੁਕਤ ਪ੍ਰਾਂਤ ਨੂੰ। ਕਿਹਨੂੰ ਮਿਲਾਇਆ ਸੀਗਾ ਜੀ? ਅਵਧ ਨੂੰ ਮਿਲਾਇਆ ਸੀਗਾ। ਅਗਲਾ ਕੁਐਸਚਨ ਕਰਦੇ ਹਾਂ, ਆਦਿ ਗ੍ਰੰਥ ਕਿਸ ਨੇ ਸੰਕਲਿਤ ਕੀਤਾ ਸੀ? ਗੁਰੂ ਨਾਨਕ ਨੇ, ਗੁਰੂ ਰਾਮਦਾਸ ਨੇ, ਗੁਰੂ ਅਰਜਨ ਨੇ ਜਾਂ ਗੁਰੂ ਗੋਬਿੰਦ ਸਿੰਘ ਜੀ ਨੇ। ਕਿਹਨੇ ਕੀਤਾ ਸੀਗਾ ਜੀ? ਗੁਰੂ ਅਰਜਨ ਦੇਵ ਜੀ ਨੇ। ਭਾਰਤ ਵਿੱਚ ਆਧੁਨਿਕ ਸਿੱਖਿਆ ਪ੍ਰਣਾਲੀ ਦੀ ਨੀਂਹ ਕਿਸ ਨੇ ਰੱਖੀ ਸੀ? 1813 ਦਾ ਚਾਰਟਰ ਐਕਟ ਨੇ, 35 ਦੇ ਮੈਕਾਲੇ ਐਕਟ ਨੇ, 82 ਦੇ ਹੰਟਰ ਕਮਿਸ਼ਨ ਨੇ ਜਾਂ ਫਿਰ 54 ਦੇ ਡਿਸਪੈਚ ਨੇ। ਵੁੱਡ ਡਿਸਪੈਚ ਹੈ ਜਿਹੜਾ ਇਹਨਾਂ ਦਾ ਨਾਮ। ਇਹਦਾ ਸਹੀ ਆਨਸਰ ਕੀ ਹੈ ਜੀ? ਦੂਸਰਾ ਗਾ 1835 ਦੇ ਮੈਕਾਲੇ ਦੇ ਐਕਟ ਨੇ ਜੀ ਆਧੁਨਿਕ ਸਿੱਖਿਆ ਦੀ ਇੰਡੀਆ ਦੇ ਵਿੱਚ ਨੀਂਹ ਰੱਖਤੀ ਸੀ। ਅਗਲਾ ਕੁਐਸਚਨ ਕਰਦੇ ਹਾਂ, ਇਹ ਲਿਖਣ ਦਾ ਸਹੀ ਕਾਲਕ੍ਰਮ ਕੀ ਹੈਗਾ? ਸਹੀ ਕਾਲਕ੍ਰਮ ਕੀ ਹੈਗਾ? ਰਾਬਰਟ ਕਲਾਈਵ, ਵਿਨਸਟਾਟ, ਵਾਰਨ ਹੇਸਟਿੰਗਸ ਜਾਂ ਕਾਰਟੀਅਰ। ਇਹਦਾ ਸਹੀ ਆਨਸਰ ਕੀ ਬਣਦਾ ਜੀ? ਸੈਕੰਡ ਐਸੇ ਦਾ ਸਹੀ ਆਨਸਰ ਆ। ਪਹਿਲਾ ਕੌਣ ਆਇਆ ਸੀਗਾ? ਰਾਬਰਟ ਕਲਾਈਵ ਆਇਆ ਸੀ। 2 ਨੰਬਰ 'ਤੇ ਵਿਨਸਟਾਟ ਆਇਆ ਸੀਗਾ ਅਤੇ ਫਿਰ ਕਾਰਟੀਅਰ ਆਇਆ। ਇਸ ਤੋਂ ਬਾਅਦ ਕੌਣ ਆਇਆ? ਵਾਰਨ ਹੇਸਟਿੰਗਸ ਆਇਆ ਜੀ। ਅਗਲਾ ਕੁਐਸਚਨ ਕਰਦੇ ਹਾਂ, ਭਾਰਤ ਵਿੱਚ ਈਸਟ ਇੰਡੀਆ ਕੰਪਨੀ ਦੀ ਸਫਲਤਾ ਦਾ ਰਾਜ ਕੀ ਸੀਗਾ? ਭਾਰਤ ਵਿੱਚ ਰਾਸ਼ਟਰੀ ਭਾਵਨਾ ਦੀ ਘਾਟ ਸੀ। ਭਾਰਤ ਦੇ ਵਿੱਚ ਜਿਹੜੇ ਰਾਸ਼ਟਰੀ ਭਾਵਨਾ ਉਹਨਾਂ ਦੇ ਵਿੱਚ ਬਹੁਤ ਘਾਟ ਸੀਗੀ। ਕੰਪਨੀ ਦੀ ਫੌਜ ਨੇ ਪੱਛਮੀ ਸਿੱਖਿਆ
ਪ੍ਰਾਪਤ ਕੀਤੀ ਹੋਈ ਸੀ ਅਤੇ ਆਧੁਨਿਕ ਹਥਿਆਰ ਸਨ, ਇਹ ਵੀ ਸਹੀ ਆ। ਭਾਰਤੀ ਸੈਨਿਕਾਂ ਵਿਚਕਾਰ ਰਾਸ਼ਟਰੀ ਭਾਵਨਾ ਦੀ ਘਾਟ ਸੀਗੀ। ਕੀ ਹੈ ਇਹਦੇ ਵਿੱਚ? ਇਹਦੇ ਸਾਰੇ ਹੀ ਉਪਰੋਕਤ ਸਾਰੇ ਹੀ ਸਹੀ ਨੇ ਜੀ। ਕਲੀਅਰ ਹੈ ਜੀ। ਅਗਲਾ ਕਰਦੇ ਹਾਂ, ਕਿਸ ਵਾਇਸਰਾਏ ਦੇ ਸਮੇਂ ਇੰਡੀਅਨ ਪੀਨਲ ਕੋਡ, ਸਰਵਿਸ ਪ੍ਰੋਸੀਜਰ ਕੋਡ ਤੇ ਕਮਿਊਨਲ ਕੋਡ ਪਾਸ ਹੋਏ ਸੀਗੇ? ਕਿਹਦੇ ਸਮੇਂ? ਲਾਰਡ ਮਿਓ ਦੇ ਸਮੇਂ ਪਾਸ ਹੋਏ ਨੇ, ਜਾਂ ਫਿਰ ਲਾਰਡ ਕੈਨਿੰਗ ਦੇ, ਲਾਰਡ ਡਲਹੌਜੀ ਦੇ, ਲਾਰਡ ਡਫਰਿਨ ਦੇ? ਕਿਹਦੇ ਸਮੇਂ ਪਾਸ ਹੋਏ ਨੇ ਜੀ? ਇਹ ਲਾਰਡ ਕੈਨਿੰਗ ਦੇ ਸਮੇਂ ਪਾਸ ਹੋਏ। ਕਲੀਅਰ ਹੈ ਜੀ। ਅਗਲਾ ਕਰਦੇ ਹਾਂ, ਬ੍ਰਿਟਿਸ਼ ਸਰਕਾਰ ਦਾ ਗਵਰਨਰ ਜਨਰਲ ਕੌਣ ਸੀਗਾ ਜਿਸਨੇ ਭਾਰਤ ਵਿੱਚ ਡਾਕ ਟਿਕਟ ਪੇਸ਼ ਕੀਤੀ ਸੀ? ਲਾਰਡ ਡਲਹੌਜੀ ਨੇ ਪੇਸ਼ ਕੀਤੀ ਸੀ, ਲਾਰਡ ਵਿਲੀਅਮ ਬੈਂਟਿੰਗ ਨੇ ਪੇਸ਼ ਕੀਤੀ ਸੀ, ਲਾਰਡ ਕੈਨਿੰਗ ਨੇ ਪੇਸ਼ ਕੀਤੀ ਸੀ, ਲਾਰਡ ਆਕਲੈਂਡ ਨੇ ਪੇਸ਼ ਕੀਤੀ ਸੀ? ਇਹਦਾ ਸਹੀ ਆਨਸਰ ਕੀ ਬਣਦਾ ਜੀ? ਲਾਰਡ ਡਲਹੌਜੀ। ਕਲੀਅਰ ਹੈ ਜੀ। ਅਗਲਾ ਕਰਦੇ ਹਾਂ, ਸਤੀ ਪ੍ਰਥਾ ਨੂੰ ਖਤਮ ਕਰਨ ਅਤੇ ਠੱਗੀ ਪ੍ਰਥਾ ਨੂੰ ਖਤਮ ਕਰਨ ਦਾ ਸਿਹਰਾ ਕਿਸ ਨੂੰ ਜਾਂਦਾ ਗਾ? ਲਾਰਡ ਡਲਹੌਜੀ ਨੂੰ, ਲਾਰਡ ਵਿਲੀਅਮ ਬੈਂਟਿੰਗ ਨੂੰ, ਲਾਰਡ ਆਕਲੈਂਡ ਨੂੰ ਤਾਂ ਜਾਂ ਆਕਲੈਂਡ ਨੂੰ? ਕਿਹਨੂੰ ਜਾਂਦਾ ਜੀ? ਇਹਦਾ ਸਹੀ ਆਨਸਰ ਕੀ ਹੈ? ਲਾਰਡ ਵਿਲੀਅਮ ਬੈਂਟਿੰਗ ਨੂੰ ਜਾ ਰਿਹਾ ਹੈਗਾ। ਕਲੀਅਰ ਹੈ ਜੀ। ਅਗਲਾ ਕੁਐਸਚਨ ਕਰਦੇ ਹਾਂ, ਹੇਠ ਲਿਖਿਆਂ ਵਿੱਚੋਂ ਕੌਣ ਅਵਧ ਦਾ ਰਾਜ ਦਾ ਸੰਸਥਾਪਕ ਸੀਗਾ? ਅਵਧ ਦੇ ਰਾਜ ਦਾ ਸੰਸਥਾਪਕ ਕੌਣ ਹੈਗਾ? ਸੁਜਾਉਦੌਲਾ ਗਾ, ਸਾਦਤ ਖਾਂ ਬਹਰਾਨ ਮੁਲਕ ਗਾ, ਸਫਦਾਰ ਜੰਗ ਜਾਂ ਸ਼ੇਰ ਖਾਂ ਗਾ? ਇਹਦਾ ਸਹੀ ਆਨਸਰ ਕੀ ਆ? ਸਾਦਤ ਖਾਂ ਬਹਰਾਨ ਮੁਲਕ ਗਾ ਜੀ। ਕਲੀਅਰ ਹੈ ਜੀ। ਅਗਲਾ ਕੁਐਸਚਨ ਕਰਦੇ ਹਾਂ, ਹੇਠ ਲਿਖਿਆਂ ਦੇ ਵਿੱਚੋਂ ਕਿਸ ਨੇ ਮੀਰ ਕਾਸਿਮ ਅਤੇ ਸੁਜਾਉਦੌਲਾ ਨਾਲ ਮਿਲ ਕੇ ਅੰਗਰੇਜ਼ ਵਿਰੁੱਧ ਲੜਾਈ ਦਾ ਅੰਗਰੇਜ਼ਾਂ ਵਿਰੁੱਧ ਲੜਾਈ ਦਾ ਐਲਾਨ ਕੀਤਾ ਸੀਗਾ ਅਤੇ ਬਾਅਦ ਵਿੱਚ ਉਹ ਬਕਸਰ ਦੀ ਲੜਾਈ ਵਿੱਚ ਅੰਗਰੇਜ਼ਾਂ ਤੋਂ ਹਾਰ ਗਿਆ ਸੀਗਾ? ਕੁਐਸਚਨ ਦੀ ਫਾਰਮ ਸਮਝੋ। ਮੀਰ ਕਾਸਿਮ ਅਤੇ ਸੁਜਾਉਦੌਲਾ ਨਾਲ ਮਿਲ ਕੇ ਅੰਗਰੇਜ਼ਾਂ ਵਿਰੁੱਧ ਲੜਾਈ ਦਾ ਐਲਾਨ ਕਰਤਾ ਤੇ ਬਾਅਦ ਵਿੱਚ ਉਹ ਬਕਸਰ ਦੀ ਲੜਾਈ ਦੇ ਵਿੱਚ ਹਾਰ ਗਿਆ ਸੀ। ਕੌਣ ਸੀਗਾ? ਜਹਾਂਗੀਰ ਸ਼ਾਹ ਸੀਗਾ, ਫੁਰਕਸ਼ੀਰ ਸੀਗਾ, ਮੁਹੰਮਦ ਸ਼ਾਹ ਸੀਗਾ ਜਾਂ ਸ਼ਾਹ ਆਲਮ ਦੂਜਾ ਸੀਗਾ? ਇਹਦਾ ਸਹੀ ਆਨਸਰ ਕੀ ਬਣਦਾ ਜੀ? ਸ਼ਾਹ ਆਲਮ ਦੂਜਾ। ਕਿਹੜੇ ਕਿਹੜੇ ਤਿੰਨ ਜਾਣੇ ਸੀਗੇ ਇਹ? ਸ਼ਾਹ ਆਲਮ ਸੀਗਾ, ਠੀਕ ਹੈ, ਮੀਰ ਕਾਸਿਮ ਸੀਗਾ ਤੇ ਸੁਜਾਉਦੌਲਾ ਸੀਗਾ। ਤਿੰਨੇ ਬਕਸਰ ਦੀ ਲੜਾਈ ਦੇ ਵਿੱਚ ਸ਼ਾਮਲ ਸੀਗੇ। ਅਗਲਾ ਕੁਐਸਚਨ ਕਰਦੇ ਹਾਂ, ਈਸਟ ਇੰਡੀਆ ਕੰਪਨੀ ਤੇ ਬੰਗਾਲ ਦੇ ਨਵਾਬ ਦੇ ਵਿਚਕਾਰ ਪਲਾਸੀ ਦੀ ਲੜਾਈ ਦੇ ਸਮੇਂ ਮੁਗਲ ਸਮਰਾਟ ਕੌਣ ਸੀਗਾ? ਅਹਿਮਦ ਸ਼ਾਹ, ਅਜ਼ੀਜ਼ੁਦੀਨ ਆਲਮਗੀਰ ਦੂਜਾ, ਮੁਹੰਮਦ ਸ਼ਾਹ, ਸ਼ਾਹ ਆਲਮ? ਇਹਦਾ ਸਹੀ ਆਨਸਰ ਕੀ ਬਣਦਾ ਜੀ? ਅਜ਼ੀਜ਼ੁਦੀਨ ਸ਼ਾਹ ਆਲਮ ਦੂਜਾ। ਕਲੀਅਰ ਹੈ ਜੀ। ਅਗਲਾ ਕਰਦੇ ਹਾਂ, ਈਸਟ ਇੰਡੀਆ ਕੰਪਨੀ ਦੀ ਅਗਵਾਈ ਹੇਠ ਰਾਬਰਟ ਕਲਾਈਵ ਦਾ ਉੱਤਰਾਧਿਕਾਰੀ ਕੌਣ ਸੀਗਾ? ਬੈਂਟਿੰਗ ਸੀ, ਕਾਰਨਵਾਲਿਸ ਸੀ, ਹੇਸਟਿੰਗ ਸੀ ਜਾਂ ਫਿਰ ਵੈਲਜ਼ਲੀ ਸੀ? ਇਹਦਾ ਸਹੀ ਆਨਸਰ ਆ ਜੀ ਹੇਸਟਿੰਗ ਸੀਗਾ। ਅਗਲਾ ਕਰਦੇ ਹਾਂ, ਨਵਾਬ ਸਿਰਾਜੁਦੌਲਾ ਅਤੇ ਈਸਟ ਇੰਡੀਆ ਕੰਪਨੀ ਵਿਚਾਰ ਟਕਰਾਅ ਦਾ ਮੁੱਖ ਕਾਰਨ ਕੀ ਸੀਗਾ? ਨਵਾਬ ਸਿਰਾਜੁਦੌਲਾ ਅਤੇ ਈਸਟ ਇੰਡੀਆ ਕੰਪਨੀ ਦੇ ਵਿਚਕਾਰ ਆ ਜਿਹੜਾ ਟਕਰਾਅ ਦਾ ਕਾਰਨ ਕੀ ਸੀਗਾ? ਕੀ ਕਾਰਨ ਸੀਗਾ? ਬ੍ਰਿਟਿਸ਼ਾਂ ਨੇ ਸਿਰਾਜੁਦੌਲਾ ਦੀ ਰਾਜਗੱਦੀ ਤੇ ਬ੍ਰਿਟਿਸ਼ਾਂ ਦਾ ਵਿਰੋਧ ਕੀਤਾ ਸੀਗਾ। ਸਿਰਾਜੁਦੌਲਾ ਨੇ ਰਾਜਗੱਦੀ ਸਮੇਂ ਵਿਰੋਧ ਕੀਤਾ ਸੀਗਾ, ਠੀਕ ਹੈ, ਜਾਂ ਫਿਰ ਗੈਰ ਕਾਨੂੰਨੀ ਵਪਾਰਕ ਛੋਟਾਂ ਸੀਗੀਆਂ? ਇਹਦਾ ਸਹੀ ਆਨਸਰ ਕੀ ਹੈ ਸਾਡੇ ਕੋਲ? ਗੈਰ ਕਾਨੂੰਨੀ ਵਪਾਰਕ ਛੋਟਾਂ। ਕਹਿਣ ਤੋਂ ਭਾਵ ਵੀ ਜਿਹੜਾ ਸਿਰਾਜੁਦੌਲਾ ਸੀਗਾ ਤੇ ਈਸਟ ਇੰਡੀਆ ਕੰਪਨੀ ਦੇ ਵਿਚਕਾਰ ਟਕਰਾਅ ਦਾ ਮੁੱਖ ਕਾਰਨ ਕੀ ਸੀਗਾ? ਜਿਹੜੀ ਗੈਰ ਕਾਨੂੰਨੀ ਵਪਾਰਕ ਛੋਟਾਂ ਦਿੱਤੀਆਂ ਹੋਈਆਂ ਸੀਗੀਆਂ
ਉਹਦੇ ਕਾਰਨ ਇਹਨਾਂ ਦੇ ਵਿੱਚ ਟਕਰਾਅ ਵੱਧ ਗਿਆ। ਕਲੀਅਰ ਹੈ ਜੀ। ਲਓ ਜੀ ਦੋਸਤੋ,